ਬੱਚੇ ਦਾ ਸਰੀਰ ਦਾ ਵਿਕਾਸ ਤੇ ਮਾਨਸਿਕ ਵਿਕਾਸ ਕਿੱਦਾਂ ਹੁੰਦਾ ਬਰਥ ਤੋਂ। ਅਗਰ ਪ੍ਰੀ ਮੈਚਰ ਟਾਈਮ ਤੋਂ ਪਹਿਲਾਂ ਬੱਚਾ ਹੋ ਜਾ ਜਿਹਦਾ ਵਜਨ ਵੀ ਥੋੜਾ ਹੁੰਦਾ, ਥੋੜੇ ਹਫ਼ਤਿਆਂ ਦਾ ਹੁੰਦਾ, ਤੁਸੀਂ ਦੇਖੋਗੇ ਉਹ ਮਾਂ ਦਾ ਦੁੱਧ ਉਹਦੇ ਵਿੱਚ ਫੈਟ ਤੇ ਪ੍ਰੋਟੀਨ ਜ਼ਿਆਦਾ ਹੁੰਦਾ। ਸੋ ਕੁਦਰਤ ਨੇ ਇੱਕ ਨਿਯਮ ਬਣਾਇਆ, ਬੱਚੇ ਦੇ ਬੁੱਲ ਜਦੋਂ ਮਾਂ ਦਾ ਦੁੱਧ ਚੁੰਘਦੇ ਆ ਉਦੋਂ ਮਾਂ ਨੂੰ ਵੀ ਸਕੂਨ ਹੁੰਦਾ, ਉਹਨੂੰ ਲੈਟ ਡਾਊਨ ਰਿਫਲੈਕਸ ਜਿਹੜੀ ਹੈਗੀ ਮਿਲਦੀ ਆ। ਮਾਂ ਬੱਚੇ ਦੀ ਅੱਖ ਦੇ ਨਾਲ ਅੱਖ ਮਿਲਾਉਣ ਦੀ ਕੋਸ਼ਿਸ਼ ਕਰਦੀ ਆ, ਬੱਚਾ ਜਾਂ ਬੱਚੀ ਵੀ ਦੇਖਦੇ ਮਾਂ ਵੱਲ, ਫਿਰ ਅਕਸਰ ਮਾਂ ਕੁਛ ਨਾ ਕੁਛ ਗੁਣਗੁਣਾਉਂਦੀ ਵੀ ਆ। ਸੋ ਉਹਦੇ ਨਾਲ ਜਿਹੜਾ ਗਰੋਥ ਵੀ ਵਧੀਆ ਹੁੰਦੀ ਆ, ਡਿਵੈਲਪਮੈਂਟ ਵੀ ਵਧੀਆ ਹੁੰਦੀ ਆ। ਸਾਡੇ ਬ੍ਰੇਨ ਦੇ ਵਿੱਚ ਬਿਲੀਅਨਸ ਆਫ ਨਿਊਰੋਨਸ ਹੈਗੇ ਆ, ਲੇਕਿਨ ਉਹ ਆਪਣੇ ਨਾਲ ਪਾਥਵੇ ਕਨੈਕਸ਼ਨਸ ਬਣਾ ਰਹੇ ਹੁੰਦੇ ਪਹਿਲੇ 2-3 ਸਾਲ 'ਚ। ਔਰ ਜਿੰਨਾ ਬੱਚੇ ਦੀ ਸਟਿਮੂਲੇਸ਼ਨ ਹੋਏਗੀ ਬੋਲਾਂ ਦੇ ਥਰੂ, ਅੱਖਾਂ ਦੇ ਥਰੂ, ਫਿਜ਼ੀਕਲ ਟੱਚ ਦੇ ਥਰੂ, ਉਹਨੇ ਪਾਥਵੇ ਵਧੀਆ ਔਰ ਮਜ਼ਬੂਤ ਬਣਨਗੇ। ਅਗਰ ਬੱਚੇ ਨੂੰ ਟੈਕਨੋਲੋਜੀ ਦਿੱਤੀ ਜਾਂਦੀ ਆ ਤੇ 15 ਤੋਂ 70% ਚਾਂਸਿਸ ਹੈ ਵੀ ਨਿਊਰੋਨ ਦੇ ਜਿਹੜੇ ਕਨੈਕਸ਼ਨ ਹੈ ਉਹ ਠੀਕ ਤਰ੍ਹਾਂ ਨਹੀਂ ਫਾਰਮ ਹੋ ਰਹੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੱਸ ਟੀਵੀ ਦੇ ਸੌਜਨ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਸ਼ੋਅ ਹੈਲੋ ਡਾਕਟਰ। ਮੈਂ ਬੱਚਿਆਂ ਦਾ ਡਾਕਟਰ ਹੈਗਾ, ਸੋ ਬੱਚਿਆਂ ਦੀ ਹੀ ਗੱਲ ਕਰਾਂਗੇ ਕਿਉਂਕਿ ਬੱਚੇ ਸਾਡੇ ਸਰਮਾਇਆ ਹੈਗੇ ਆ, ਆਉਣ ਵਾਲੇ ਸਾਡੇ ਲੀਡਰ ਹੈਗੇ ਆ, ਆਉਣ ਵਾਲੇ ਸਾਡੀ ਪਨੀਰੀ, ਸਾਡਾ ਭਵਿੱਖ। ਸੋ ਅਨਮੋਲ ਖਜ਼ਾਨਾ ਜਿਹੜਾ ਪਰਮਾਤਮਾ ਨੇ ਸਾਡੀ ਝੋਲੀ 'ਚ ਪਾਇਆ, ਉਹਦੇ ਬਾਰੇ ਜਾਣਕਾਰੀ ਸਾਨੂੰ ਹੋਣੀ ਬਹੁਤ ਬਹੁਤ ਜ਼ਰੂਰੀ ਆ। ਅੱਜ ਦਾ ਜਿਹੜਾ ਵਿਸ਼ੇਸ਼ ਟੌਪਿਕ ਆ, ਸ਼ਾਇਦ ਇਹ ਵੀ ਅਸੀਂ ਪਹਿਲਾਂ ਕਦੀ ਨਹੀਂ ਕੀਤਾ, ਉਹ ਹੈਗਾ ਗਰੋਥ ਐਂਡ ਡਿਵੈਲਪਮੈਂਟ। ਵੀ ਬੱਚੇ ਦਾ ਸਰੀਰ ਦਾ ਵਿਕਾਸ ਤੇ ਮਾਨਸਿਕ ਵਿਕਾਸ ਕਿੱਦਾਂ ਹੁੰਦਾ ਬਰਥ ਤੋਂ। ਲੇਕਿਨ ਮੈਂ ਥੋੜ੍ਹਾ ਜਿਹਾ ਬਰਥ ਤੋਂ ਪਹਿਲਾਂ ਵੀ, ਜਨਮ ਤੋਂ ਪਹਿਲਾਂ ਵੀ ਲੈ ਕੇ ਜਾਣਾ ਚਾਹੁੰਦਾ ਵੀ ਮਾਤਾ ਦੇ ਜਿਹੜਾ ਅੰਡਾ ਹੁੰਦਾ ਤੇ ਬਾਪ ਦਾ ਜਿਹੜਾ ਬੀਜ ਹੁੰਦਾ ਸਪਰਮ, ਉਸ ਤੋਂ ਸਾਡੇ ਮਿਸ਼ਰਣ ਦੇ ਨਾਲ ਸਾਡੀ ਹੋਂਦ ਬਣਦੀ ਆ। ਸੋ ਜਿਹੜਾ ਇੱਕ ਸੈੱਲ ਦਾ ਜਿਹੜਾ ਹੈਗਾ ਸੀ ਸਟੇਜ, ਉੱਥੋਂ ਵੱਧਦਾ ਜਦੋਂ 9 ਮਹੀਨੇ ਹੁੰਦੇ ਆ, ਇੱਕ ਮੁਕੰਮਲ ਬੱਚਾ ਕਰੀਬਨ ਰਫਲੀ 3 ਕਿਲੋ ਜਾਂ 7 ਪਾਉਂਡ ਦੇ ਲਾਗੇ ਚਾਗੇ ਹੁੰਦਾ। ਇਸ ਤੋਂ ਘੱਟ ਵੱਧ ਵੀ ਹੋ ਸਕਦੇ, ਲੇਕਿਨ ਇਹ ਰਫ ਨੰਬਰਸ ਹੈਗੇ ਆ। ਔਰ ਜਦੋਂ ਬੱਚੇ ਪੈਦਾ ਹੁੰਦੇ ਆ, ਭਾਵੇਂ ਉਹ ਮੁੰਡੇ ਆ ਕੁੜੀਆਂ, ਮਾਂ ਬਾਪ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਉਡੀਕ ਰਹੇ ਹੁੰਦੇ ਆ ਵੀ ਉਹਨਾਂ ਦੀ ਅੱਗੇ ਪਨੀਰੀ ਵੱਧ ਰਹੀ ਹੈ, ਉਹਨਾਂ ਦੀ ਜਿਹੜੇ ਆਉਣ ਦਾ ਜਿਹੜਾ ਹੈਗਾ ਚਾਅ ਉਹਨਾਂ ਦਾ ਪੂਰਾ ਹੋ ਰਿਹਾ। ਜਿਹੜਾ ਬੱਚਾ ਹੈਗਾ ਪਹਿਲੇ 3 ਮਹੀਨੇ ਉਹਨੇ ਹਰ ਦਿਨ ਕਰੀਬਨ 30 ਗ੍ਰਾਮ ਵਜ਼ਨ ਗੇਨ ਕਰਨਾ। ਸੋ ਤੁਸੀਂ ਕਹਿ ਸਕਦੇ ਹੋ 1 ਪਾਉਂਡ 'ਚ ਹੁੰਦਾ 16 ਆਉਂਸ, ਸੋ 1 ਆਉਂਸ ਹੁੰਦਾ 30 ਗ੍ਰਾਮ। ਸੋ 15-16 ਦਿਨ ਬਾਅਦ ਉਹਨੇ 1 ਪਾਉਂਡ ਉਹਨੇ ਗੇਨ ਕਰਨਾ ਪਹਿਲੇ 3 ਮਹੀਨੇ 'ਚ। ਅਗਰ 15 ਤੋਂ 30 ਗ੍ਰਾਮ ਵੀ ਹੈਗਾ ਤਾਂ ਅਸੀਂ ਹੈਪੀ, ਅਗਰ ਉਸ ਤੋਂ ਥੱਲੇ ਆ ਤਾਂ ਫਿਰ ਸਾਨੂੰ ਕੁਛ ਨਾ ਕੁਛ ਇੰਟਰਵੀਨ ਕਰਨਾ ਪੈਂਦਾ ਵੀ ਕਾਰਨ ਕੀ ਹੈਗਾ। ਜਿਹੜਾ ਦੁੱਧ ਹੈਗਾ, ਮਾਂ ਦਾ ਦੁੱਧ ਸਭ ਤੋਂ ਵਧੀਆ ਉਹੀ ਹੀ ਦੇਣਾ ਚਾਹੀਦਾ। ਔਰ ਕੈਨੇਡਾ, ਅਮਰੀਕਾ ਦੇ ਵਿੱਚ ਬ੍ਰੈਸਟ ਫੀਡਿੰਗ ਸਪੋਰਟ ਗਰੁੱਪਸ ਨੇ, ਬ੍ਰੈਸਟ ਫੀਡਿੰਗ ਐਕਸਪਰਟ ਨਰਸਿਸ ਨੇ, ਤੁਹਾਨੂੰ ਸਾਰੇ ਰਿਸੋਰਸਿਸ ਮੁਹੱਈਆ ਹੈਗੇ ਆ। ਔਰ ਅਸੀਂ ਚਾਹੁੰਦੇ ਹਾਂ ਵੀ ਬਹੁਤ ਵੱਡੀ ਮਾਤਰਾ 'ਚ ਮਾਵਾਂ ਆਪਣਾ ਦੁੱਧ ਦੇ, ਕਿਉਂਕਿ ਜਦੋਂ ਮਾਂ ਆਪਣਾ ਦੁੱਧ ਚੁੰਘਾਉਂਦੀ ਆ, ਜਦੋਂ ਬੱਚੇ ਦਾ ਚਮੜਾ ਮਾਂ ਦੇ ਚਮੜੇ ਦੇ ਨਾਲ ਲੱਗਦਾ, ਬੱਚੇ ਨੂੰ ਇੱਕ ਸਕੂਨ ਮਿਲਦਾ। ਬੱਚੇ ਦੇ ਬੁੱਲ ਜਦੋਂ ਮਾਂ ਦਾ ਦੁੱਧ ਚੁੰਘਦੇ ਆ ਉਦੋਂ ਮਾਂ ਨੂੰ ਵੀ ਸਕੂਨ ਹੁੰਦਾ, ਉਹਨੂੰ ਲੈਟ ਡਾਊਨ ਰਿਫਲੈਕਸ ਜਿਹੜੀ ਹੈਗੀ ਮਿਲਦੀ ਆ। ਮਾਂ ਬੱਚੇ ਦੀ ਅੱਖ ਦੇ ਨਾਲ ਅੱਖ ਮਿਲਾਉਣ ਦੀ ਕੋਸ਼ਿਸ਼ ਕਰਦੀ ਆ, ਬੱਚਾ ਜਾਂ ਬੱਚੀ ਵੀ ਦੇਖਦੇ ਮਾਂ ਵੱਲ, ਫਿਰ ਅਕਸਰ ਮਾਂ ਕੁਛ ਨਾ ਕੁਛ ਗੁਣਗੁਣਾਉਂਦੀ ਵੀ ਆ। ਸੋ ਉਹਦੇ ਨਾਲ ਜਿਹੜਾ ਗਰੋਥ ਵੀ ਵਧੀਆ ਹੁੰਦੀ ਹੈ, ਡਿਵੈਲਪਮੈਂਟ ਵੀ ਵਧੀਆ ਹੁੰਦੀ ਹੈ। ਕਿਉਂਕਿ ਡਿਵੈਲਪਮੈਂਟ 'ਚ ਜਦੋਂ ਮੈਂ ਗਾਂਹ ਚੱਲਾਂਗਾ ਉਦੋਂ ਮੈਂ ਤੁਹਾਨੂੰ ਦੱਸੂੰਗਾ ਵੀ ਕਿਹੜੇ ਫੈਕਟਰਸ ਬੜੇ ਛੋਟੇ ਜਿਹੜੇ ਵਿਕਾਸ 'ਤੇ ਬੜੇ ਇੰਪੋਰਟੈਂਟ ਹੈਗੇ ਆ। ਹਰ ਇੱਕ ਮਾਂ ਦਾ ਦੁੱਧ ਅਲੱਗ ਹੁੰਦਾ ਜੋ, ਔਰ ਉਹ ਦੁੱਧ ਤਿਆਰ ਹੈਗਾ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ। ਔਰ ਉਹਦੇ ਵਿੱਚ ਮਾਂ ਦੇ ਵਿੱਚ ਜਿਹੜੀ ਵੀ ਉਹਨੇ ਇਨਫੈਕਸ਼ਨ ਉਹਨੇ ਗੁਜ਼ਾਰੇ ਆ ਜਾਂ ਉਹਨੂੰ ਟੀਕੇ ਲੱਗੇ ਆ, ਵੈਕਸੀਨ, ਉਹ ਸਾਰੀ ਐਂਟੀਬੋਡੀਜ਼ ਮੌਜੂਦ ਹੈਗੀਆਂ। ਖੁਰਾਕ ਦੇ ਨਾਲ ਐਂਟੀਬੋਡੀਜ਼ ਦਾ ਵੀ ਟਰਾਂਸਫਰ ਹੁੰਦਾ ਬੱਚੇ ਦੇ ਵਿੱਚ। ਔਰ ਮਾਂ ਦੇ ਦੁੱਧ ਤੋਂ ਕਦੀ ਐਲਰਜੀ ਨਹੀਂ ਹੁੰਦੀ। ਮਾਂ ਦਾ ਦੁੱਧ ਅਗਰ ਕੋਈ ਬੱਚਾ ਪ੍ਰੀ ਮੈਚਰ ਪੈਦਾ ਹੋ ਜਾਏ ਟਾਈਮ ਤੋਂ ਪਹਿਲਾਂ, ਅਗਰ ਆਪਾਂ ਕਹੀਏ ਅਮੂਮਨ ਸਾਡਾ ਜਿਹੜਾ ਪੈਦਾਇਸ਼ੀ 37 ਤੋਂ 40 ਹਫ਼ਤੇ 'ਚ ਹੁੰਦੀ ਆ। ਅਗਰ 37 ਤੋਂ ਪਹਿਲਾਂ ਹੋਏ ਉਹਨੂੰ ਅਸੀਂ ਪ੍ਰੀ ਮੈਚਰ ਕਹਿੰਦੇ ਹਾਂ, 40 ਤੋਂ ਬਾਅਦ ਹੋਏ ਤਾਂ ਉਹਨੂੰ ਪੋਸਟ ਮੈਚਰ ਕਹਿੰਦੇ ਆ। ਅਗਰ ਪ੍ਰੀ ਮੈਚਰ ਟਾਈਮ ਤੋਂ ਪਹਿਲਾਂ ਬੱਚਾ ਹੋ ਜਾ ਜਿਹਦਾ ਵਜਨ ਵੀ ਥੋੜਾ ਹੁੰਦਾ, ਥੋੜੇ ਹਫ਼ਤਿਆਂ ਦਾ ਹੁੰਦਾ, ਤੁਸੀਂ ਦੇਖੋਗੇ ਉਹ ਮਾਂ ਦਾ ਦੁੱਧ ਉਹਦੇ ਵਿੱਚ ਫੈਟ ਤੇ ਪ੍ਰੋਟੀਨ ਜ਼ਿਆਦਾ ਹੁੰਦਾ। ਸੋ ਕੁਦਰਤ ਨੇ ਇੱਕ ਨਿਯਮ ਬਣਾਇਆ,
अगर ट्विंस होंगे ट्रिपलेट होंगे आ उस माँ को अपने लिए 2 या 3 बेबी वास्ते भी फीडिंग वास्ते इनफ दुध होंदा। और जिन्ना माँ अपना दुध चुंगाओगी उन्ना ही दुध ज़्यादा आऊगा, जिन्ना घट चुंगाओगी दुध उन्ना घटता जाऊगा। सो घट तो घट 6 महीने तो ब्रैस्ट फीडिंग चाहिए, ज़्यादा हो जाए तो होर फायदे आ। ब्रैस्ट मिल्क च सारा कुछ हैगा। स्टडी कैनेडा च हुई सी, डॉक्टर एन सिनस मेरे सीनियर सी BC चिल्ड्रनस हॉस्पिटल जिन्होंने स्टडी की। सो वाइटमिन डी थोड़ा घट हैगा, सो इसलिए वाइटमिन डी असी कहने 400 यूनिट एक बूंद या 400 यूनिट का 1 ml जो स्टोर तो मिल जाता ओवर द काउंटर वो देन जब तक माँ अपना दुध दिंदी आ। हौली हौली बच्चा जिहड़ा हैगा उहदी ग्रोथ वधदी है। डेवलपमेंट दे विच आपां विकास दे विच देखीए तो जो बच्चा पैदा हुंदा अक्सर 16-18 घंटे वो सौंदा। सवाल ये पैदा हुंदा भी क्यों सौंदा। जदों बच्चा सौंदा साडा जिहड़ा ग्रोथ हार्मोन आ साडे विच भी वो नींद च ही रिलीज़ हुंदा। इसलिए मैं कहा सी पहले हर दिन 30-30 ग्राम वधना, जो जो बच्चा वड्डा हुंदा जाऊगा उहदी नींद भी घटदी जाऊगी घंटा थल्ले। तीजी गल जिहड़ी इंपॉर्टेंट हैगी आ वो हैगी आ भी जदों समझो कोई बच्चे का वजन 3 किलो हैगा बर्थ दे टाइम तो 5 तो 6 महीने वो डबल होना चाहिए 6 के लागे, तो साल च ट्रिपल के लागे होना चाहिए करीबन 9, तो 2 साल च उन्होंने 4 दे नाल मल्टीप्लाई करिए करीबन 12 किलो। सो हर एक बच्चे का बर्थ वेट तो चलता भी उसके बाद असी देखते हैं भी वो ग्रोथ किद्दां चल रहा। अगर घट वध रहा तो डॉक्टर कहूगा माँ नूं भी अपने ब्रैस्ट फीडिंग दे नाल थोड़ा फार्मूला दो। कई बार कोई होर कारण होंदे आ जिहड़े मैडिकली सानूं इवैलूएट करने पैंदे आ। जदों डेवलपमेंट की गल करिए तो अक्सर बच्चे जिहड़े नव पैदा होए आ पहले दिन च पैदा होया उन्हां दा ब्रेन बिल्कुल काम कर रहा, जो उन्हां दे नाल आपां नूं गल करनी चाहिए आ, उन्हां दे नाल गुनगुनाना चाहिए, उन्हां दे नाल सानूं गल वकड़ी च लेना चाहिए, रब करना चाहिए बैक, क्योंकि चमड़ा साडा सब तो वड्डा ऑर्गन हैगा। साडी अखां भी काम कर रही, कन भी काम कर रहे, साडा ब्रेन भी काम कर रहा। और जिहड़े ना पाथवेस हैगे आ ब्रेनस दे विच, साडा जिहड़ा मिल्की वे हैगा सोलर सिस्टम जिहदे विच पृथ्वी एक प्लैनेट हैगा, बिलियंस ऑफ जिद्दां गैलैक्सीज हैगियां, और किन्ना क हैगा इहदा पसारा ये तो बाणी भी कहंदी आ भी दस नहीं सकते, इनफिनिटी तक हैगा है ना। उदा ही साडे ब्रेन दे विच बिलियंस ऑफ न्यूरॉन्स हैगे आ, लेकिन वो अपने ना पाथवे कनैक्शनस बना रहे होंदे पहले 2-3 साल च। और जिन्ना बच्चे की स्टिमुलेशन होएगी बोलों के थ्रू, अखां के थ्रू, फिजिकल टच के थ्रू, उन्ने पाथवे वधिया और मजबूत बनणगे। मेरी मुराद ये हैगी आ भी आपां टैक्नोलॉजी पहले 2-3 साल बिल्कुल इस्तेमाल नहीं करनी, खास करके सैलफोन, आईपैड, TV इत्यादि। सो जिहड़ी ये टैक्नोलॉजी इनू बंद करो। जिद्दां पुराने टाइम ते भी असी सारे इकट्ठे बच्चे नूं पालदे सी, देखदे सी, वो सब तो वधिया हैगा बच्चे दे मानसिक डेवलपमेंट और विकास वास्ते। हुण एक फार्मूला तुहानूं दसदे आ। जदों बच्चा 2 साल का हो जाए ਉਹਦੀ लंबाई तुसी मिन लो तो उन्होंने 2 दे नाल मल्टीप्लाई कर लो, वो ਉਹਦੀ फाइनल हाइट होएगी। हाइट एट एज 2 मल्टीप्लाई बाय 2 इज़ फाइनल हाइट। कई बार पेरेंट्स आके कहते हैं भी साडे बच्चा वो इन्ना लंबा ग्रो नहीं हो रहा। असी पहलों माँ बाप की हाइट देखते हैं, तो माँ बाप की अगर हाइट छोटी है तो बच्चे की भी हाइट छोटी होगी, क्योंकि जेनेटिक्स जिहड़ा अंश दे विच चल रहा, जीन्स चल रहे उहदे हिसाब दे नाल आ। जिहड़े माँ बाप 6-6 फुट लंबे, ऑफकोर्स उन्होंने बच्चे भी लंबे होणगे। लेकिन फिर भी एक फार्मूला उन्होंने कहते मिड पेरेंटल हाइट, माँ बाप की हाइट सेंटीमीटर च प्लस माँ की हाइट सेंटीमीटर च। अगर कुड़ी हैगी आ तो हाइट नूं 13 दे नाल माइनस करके 2 दे नाल डिवाइड कर लो, मुंडा हैगा तो उन्होंने 13 दे नाल प्लस करके 2 दे नाल डिवाइड कर लो। ये मिड पेरेंटल हाइट होंदी है। ये बड़े सौखे फार्मूला है, तुसी देख सकते हो, ऑनलाइन भी अवेलेबल है, लेकिन बहुता वरी नहीं करनी। एक ग्राफ होंदा, अगर बच्चा वो ग्राफ फॉलो कर रहा है बकायदा तो डॉक्टर या ईवन जिहड़े पब्लिक हैल्थ की नर्सिस है, अगर आप जो टीका लो जाने 2 महीने 4 महीने 6 महीने का उदों मॉनीटर करते हैं। हुण डेवलपमेंट दे विच मैं थोड़े जे मोटे मोटे टॉपिक तुहाडे नाल डिस्कस करना चाहना भी करीबन 4 महीने च बच्चा सीधा पुट्ठा होना शुरू हो जाता। अगर उन्होंने 4 महीने के बच्चे नूं टेढ़ा करके ढिड भर रखी है तो सिर धौन चुकनी शुरू कर दिंदा।
ਕਰੀਬਨ 6 ਤੋਂ 8 ਮਹੀਨੇ ਦੇ ਵਿੱਚ ਬਹਿਣਾ ਸ਼ੁਰੂ ਕਰ ਦਿੰਦਾ, ਪਹਿਲਾਂ ਸਪੋਰਟ ਦੇ ਨਾਲ, ਫਿਰ ਸਪੋਰਟ ਤੋਂ ਬਗੈਰ। ਕਰੀਬਨ 8 ਤੋਂ 10 ਮਹੀਨੇ ਦੇ ਵਿੱਚ ਰਿੜਨਾ ਸ਼ੁਰੂ ਕਰ ਦਿੰਦਾ। ਬਹੁਤ ਬੱਚੇ ਜਿਹੜੇ ਹੈਗੇ ਆ ਸਾਲ ਦੇ ਲਾਗੇ ਚਾਗੇ ਖੜੇ ਹੋ ਜਾਂਦੇ ਆ, ਕਈ ਤੁਰਨ ਵੀ ਲੱਗ ਪੈਂਦੇ ਆ। ਨੋਰਮਲ ਤੁਰਨ ਦਾ ਜਿਹੜਾ ਪੀਰੀਅਡ ਹੈਗਾ 15 ਮਹੀਨੇ, ਲੇਕਿਨ ਬੱਚੇ ਕਿਉਂਕਿ ਫਾਸਟ ਸਪੀਡ ਚੱਲ ਰਹੀ ਆ ਇੰਡਸਟਰੀ, ਬਹੁਤ ਛੇਤੀ ਤੁਰਨ ਲੱਗ ਪੈਂਦੇ ਆ। ਅਤੇ ਜਿਹੜਾ ਬੱਚਾ 14 ਮਹੀਨੇ 'ਚ ਨਹੀਂ ਤੁਰ ਰਿਹਾ, ਉਹ ਮਾਂ ਨੂੰ ਪਰੇਸ਼ਾਨੀ ਹੋ ਜਾਂਦੀ ਵੀ ਮੇਰਾ ਬੱਚਾ ਤੁਰ ਕਿਉਂ ਨਹੀਂ ਰਿਹਾ, ਹਾਲਾਂਕਿ ਉਹ ਵੀ ਨੋਰਮਲ ਹੁੰਦਾ। ਇਹ ਸਾਰੇ ਹੁੰਦੇ ਗਾਈਡਲਾਈਨਸ। ਅਗਰ ਬੱਚਾ ਤੁਹਾਡੇ ਗਾਈਡਲਾਈਨਸ ਫੋਲੋ ਕਰ ਰਿਹਾ, ਹੌਲੀ ਹੌਲੀ ਪੜਾਅ ਆ ਰਿਹਾ, ਤਾਂ ਵਰੀ ਕਰਨ ਦੀ ਲੋੜ ਨਹੀਂ ਆ। ਅਗਰ ਬੱਚਾ 18 ਮਹੀਨੇ ਤੱਕ ਨਹੀਂ ਤੁਰ ਰਿਹਾ, ਫਿਰ ਸਾਨੂੰ ਇਨਵੈਸਟੀਗੇਸ਼ਨ ਕਰਨੇ ਪੈਣੇ ਆ ਵੀ ਉਹਦੇ ਮਸਲ 'ਚ ਕਮਜ਼ੋਰੀ ਆ ਕਿ ਬ੍ਰੇਨ ਦੇ ਵਿੱਚ ਇਸ਼ੂ ਹੈਗਾ, ਉਹ ਸਾਡਾ ਫਰਜ਼ ਹੈਗਾ। ਲੇਕਿਨ ਬਹੁਤੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਵਿਕਾਸ ਆਪਣੇ ਆਪਣੇ ਸਪੀਡ ਦੇ ਨਾਲ ਚੱਲੂਗਾ, ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਦਾ ਇੱਕੋ ਸਪੀਡ 'ਚ ਚੱਲੇ, ਸੋ ਵਰੀ ਕਰਨ ਦੀ ਲੋੜ ਨਹੀਂ ਹੈ। ਗੁੱਡੀਆਂ ਦਾ ਵਿਕਾਸ ਥੋੜ੍ਹਾ ਜਿਹਾ ਅਰਲੀ ਹੁੰਦਾ, ਮੁੰਡੇ 1-2 ਮਹੀਨੇ ਪਿੱਛੇ ਅਸੀਂ ਦੇਖਦੇ ਹਾਂ, ਔਰ ਇਹ ਕੁਦਰਤ ਦਾ ਨਿਯਮ ਆ, ਅਸੀਂ ਇਹਨੂੰ ਚੇਂਜ ਨਹੀਂ ਕਰ ਸਕਦੇ। ਤੀਜੀ ਗੱਲ ਜਿਹੜੀ ਇੰਪੋਰਟੈਂਟ ਹੈਗੀ ਆ ਵੀ ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਬੱਚਾ ਸਮਾਰਟ ਹੋਵੇ, ਇੰਟੈਲੀਜੈਂਟ ਹੋਵੇ, ਉਹਦਾ ਵਿਕਾਸ ਵਧੀਆ ਹੋਏ, ਉਹ ਬੋਲੇ ਵਧੀਆ, ਉਹ ਸਮਝੇ ਵਧੀਆ, ਉਹਦੇ ਨਾਲ ਖੇਡਿਆ ਕਰੋ। ਜਿੰਨਾ ਖੇਡਾਂਗੇ ਓਨਾ ਵਧੀਆ ਰਹੂਗਾ, ਭਾਵੇਂ ਉਹ ਪਜ਼ਲਸ ਆ, ਭਾਵੇਂ ਉਹ ਜੋ ਵੀ ਤੁਹਾਡੇ ਘਰ ਦੇ ਵਿੱਚ ਸਮਾਨ ਮੌਜੂਦ ਹੈਗਾ ਉਹ ਇਨਫ ਹੈਗਾ। ਕੋਈ ਵੀ ਟੈਕਨੋਲੋਜੀ 2 ਸਾਲ ਤੋਂ ਥੱਲੇ ਨਾ ਇਸਤੇਮਾਲ ਕਰੀਏ, ਕਿਉਂਕਿ ਅੱਖ ਦਾ ਪਿਛਲਾ ਪਰਦਾ ਜਿਹਨੂੰ ਰੈਟਾਈਨਾ ਕਹਿੰਦੇ ਆ, ਉਹਦਾ ਵਿਕਾਸ ਨਹੀਂ ਹੋਇਆ ਹੁੰਦਾ। ਜਿਹੜੇ ਰੋਡਸ ਔਰ ਕੋਨ ਸੈਲਸ ਹੁੰਦੇ, ਰੋਡ ਜਿੱਦਾਂ ਸਰੀਆ ਹੁੰਦਾ ਰੋਡ ਵਾਂਗਰ, ਉਹ ਸਾਡਾ ਜਿਹੜਾ ਹੈਗਾ ਬਲੈਕ ਐਂਡ ਵਾਈਟ ਵਿਜ਼ਨ ਕ੍ਰੀਏਟ ਕਰਦੇ। ਜਿਹੜੇ ਕੋਨਸ ਹੁੰਦੇ ਜਿੱਦਾਂ ਨਹੀਂ ਆਈਸਕ੍ਰੀਮ ਦਾ ਕੋਨ ਖਾਂਦੇ, ਉਹ ਸਾਡਾ ਕਲਰ ਵਿਜ਼ਨ ਡਿਵੈਲਪ ਕਰਦੇ। ਇਹਦਾ ਵਿਕਾਸ ਪੂਰਾ ਨਹੀਂ ਹੋਇਆ ਹੁੰਦਾ 2 ਸਾਲ ਤੱਕ। ਇਸ ਲਈ ਸਾਨੂੰ ਬਾਹਰ ਜਿਹੜਾ ਹੈਗਾ ਨੇਚਰ ਟਾਈਮ ਔਰ ਫੈਮਲੀ ਟਾਈਮ ਜ਼ਿਆਦਾ ਸਪੈਂਡ ਕਰਨਾ ਚਾਹੀਦਾ। ਅਤੇ ਬਲੂ ਲਾਈਟ ਜਿਹੜੀ ਹੈਗੀ ਕੰਪਿਊਟਰ, TV, ਵੀਡੀਓ ਗੇਮ, ਆਈਪੈਡ, ਇਹ ਬਿਲਕੁਲ ਮਿਨੀਮਮ ਜਾਂ ਨਾ ਹੀ ਹੋਵੇ ਤਾਂ ਵਧੀਆ। ਦੂਜਾ, ਸਾਡੀ ਰਿਸਰਚ ਆ ਰਹੀ ਹੈ ਫੰਕਸ਼ਨਲ MRI, ਵੀ ਅਸੀਂ MRI ਕਰਦੇ ਨਾਲੇ ਫੰਕਸ਼ਨਸ ਦੇਖਦੇ ਹਾਂ। ਅਗਰ ਬੱਚੇ ਨੂੰ ਟੈਕਨੋਲੋਜੀ ਦਿੱਤੀ ਜਾਂਦੀ ਆ ਅਤੇ 15 ਤੋਂ 70% ਚਾਂਸਿਸ ਹੈ ਵੀ ਨਿਊਰੋਨ ਦੇ ਜਿਹੜੇ ਕਨੈਕਸ਼ਨ ਹੈ ਉਹ ਠੀਕ ਤਰ੍ਹਾਂ ਨਹੀਂ ਫਾਰਮ ਹੋ ਰਹੇ। ਸੋ ਇਸ ਲਈ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਮੁੱਢਲਾ ਜਿਹੜਾ ਜੀਵਨ ਹੈਗਾ, ਜਿਹੜਾ ਫਾਊਂਡੇਸ਼ਨ, ਦੇਖੋ ਤੁਸੀਂ ਅਗਰ ਕੋਈ ਬਿਲਡਿੰਗ ਦੀ ਉਸਾਰੀ ਕਰਨੀ ਹੈ, ਜਿੰਨਾ ਤਗੜਾ ਫਾਊਂਡੇਸ਼ਨ ਹੈ ਉਹ ਜਿੰਨੀ ਮਰਜ਼ੀ ਉਸਾਰੀ ਕਰੀ ਜਾਓ, ਅਗਰ ਫਾਊਂਡੇਸ਼ਨ ਹੀ ਥੋੜ੍ਹਾ ਪਾਇਆ ਤੁਸੀਂ ਤਾਂ ਫਿਰ ਥੋੜ੍ਹੀ ਕੋਈ ਲੰਬੀ ਮੰਜ਼ਿਲ ਜਿਹੜੀ ਹੈਗੀ ਤੁਸੀਂ ਕਰ ਸਕੋਗੇ। ਸੋ ਪਹਿਲੇ 3 ਸਾਲ ਜਿਹੜੇ ਮੁੱਢਲੇ ਹੈਗੇ ਆ ਉਹ ਬੱਚੇ ਦੇ ਫਾਊਂਡੇਸ਼ਨ ਦੇ ਹੈਗੇ ਆ। ਅਕਸਰ ਪੈਰੈਂਟਸ ਕਹਿੰਦੇ ਆ ਵੀ ਹੁਣ ਬੱਚਾ 2 ਸਾਲ, 2.5 ਸਾਲ, 3 ਸਾਲ ਦਾ ਹੋ ਗਿਆ, ਟੋਇਲਟ ਟ੍ਰੇਨਿੰਗ ਕਰਨੀ ਆ। ਹਾਂ ਠੀਕ ਆ, ਬੱਚੇ ਨੂੰ ਟੋਇਲਟ ਟ੍ਰੇਨਿੰਗ ਵੀ ਕਰਨੀ ਚਾਹੀਦੀ ਆ, ਲੇਕਿਨ ਉਹਦਾ ਟਾਈਮ ਆਏਗਾ। ਬੱਚੇ ਨਾਲ ਰੋਲ ਮਾਡਲਿੰਗ ਕਰਨੀ ਪੈਂਦੀ ਆ। ਕਈ ਵਾਰ ਉਹ ਪਲਾਸਟਿਕ ਦੀਆਂ ਜਾਂ ਰਬੜ ਦੀਆਂ ਸੀਟਾਂ ਮਿਲਦੀਆਂ, ਛੋਟੀਆਂ ਹੁੰਦੀਆਂ। ਅਗਰ ਤੁਸੀਂ ਆਪਣੀ ਵੀ ਟੋਇਲਟ ਯੂਜ਼ ਕਰਨੀ ਹੈ, ਉਹਦੇ ਵਿੱਚ ਬੱਚੇ ਦੇ ਪੈਰ ਜਾਂ ਫਲੋਰ ਨੂੰ ਟੱਚ ਹੋਣੇ ਚਾਹੀਦੇ। ਹੁਣ ਬੱਚਾ ਤਾਂ ਇੰਨਾ ਲੰਬਾ ਨਹੀਂ ਹੈਗਾ, ਅਤੇ ਤੁਹਾਨੂੰ ਕੋਈ ਨਾ ਕੋਈ ਸਟੂਲ ਵਗੈਰਾ ਰੱਖਣਾ ਪਏਗਾ ਤਾਂ ਕਿ ਉਹਦੇ ਪੈਰਾਂ ਨੂੰ ਸਪੋਰਟ ਹੋਵੇ। ਸੋ ਟੋਇਲਟ ਟ੍ਰੇਨਿੰਗ ਦੇ ਵਿੱਚ ਵੀ ਜ਼ਰੂਰੀ ਨਹੀਂ ਵੀ ਇਹੀ ਟਾਈਮ 'ਤੇ ਹੋਣੀ ਚਾਹੀਦੀ ਆ, ਹੋਰ ਉਹਦੇ ਵਿੱਚ ਆਪਾਂ ਨੂੰ ਸਟਰਗਲ ਨਹੀਂ ਕਰਨਾ ਚਾਹੀਦਾ। ਪਹਿਲਾ ਜਿਹੜਾ ਹੈਗਾ ਵੀ ਬੱਚਾ ਜਿਹੜਾ ਹੈਗਾ ਉਹ ਸਟੂਲਸ ਜਿਹੜੇ ਹੈਗੇ ਆ ਉਹਨੂੰ ਕੰਟਰੋਲ ਕਰ ਪੈਂਦਾ। ਦੇਖੋ ਜਦੋਂ ਬੱਚਾ ਪੈਦਾ ਹੁੰਦਾ 6-8 ਵਾਰੀ ਉਹਨੂੰ ਸਟੂਲਸ ਆਉਣਗੇ, ਤੁਸੀਂ ਡਾਈਪਰ ਵੀ ਚੇਂਜ ਕਰੋਗੇ, ਜਦੋਂ ਫੀਡ ਕੀਤਾ ਉਦੋਂ ਪੂਪੂ ਕਰਤਾ। ਹੌਲੀ ਹੌਲੀ ਜਦੋਂ ਬੱਚਾ ਵੱਡਾ ਹੁੰਦਾ ਉਹਦੇ ਵਿੱਚ ਮਤਲਬ ਦਿਨ 'ਚ 1 ਵਾਰੀ, ਹਰ ਦੂਜੇ ਦਿਨ 'ਚ 1 ਵਾਰੀ ਹੁੰਦਾ। ਫਿਰ ਇੱਕ ਦਿਨ ਇੱਦਾਂ ਹੁੰਦਾ ਵੀ ਬੱਚਾ ਆਪਣਾ ਨਾ ਸਟੂਲ ਹੋਲਡ ਕਰਕੇ ਰਿਲੀਜ਼ ਕਰਕੇ ਫਿਰ ਕੰਟਰੋਲ ਹੁੰਦਾ। ਉਹਦੇ ਅੰਦਰ ਜ਼ਿਹਨ ਦੇ ਵਿੱਚ ਉਹਨੂੰ ਜਿੱਦਾਂ ਨਹੀਂ ਮਾਊਂਟ ਐਵਰੈਸਟ ਚੜ੍ਹੀ ਦਾ ਉਨੀ ਖੁਸ਼ੀ ਹੁੰਦੀ ਆ ਵੀ ਮੈਂ ਆਪਣੇ ਹੱਥ 'ਚ ਕੰਟਰੋਲ ਲਿੱਤਾ। ਸੋ ਉਹਨੂੰ ਉਹ ਡਿਵੈਲਪ ਕਰਨ ਦਿਓ, ਬਜਾਏ ਕਿ ਆਪਾਂ ਉਹਦੇ ਵਿੱਚ ਖਿਜਾ ਕਰੀਏ, ਉਹਨੂੰ ਪ੍ਰੈਸ਼ਰਾਈਜ਼ ਕਰੀਏ, ਫੋਰਸ ਕਰੀਏ। ਕਿਉਂਕਿ ਸਾਰੇ ਜਿਹੜੇ ਡਾਕਟਰ ਸਿਗਮੰਡ ਫਰਾਇਡ ਹੋਏ ਆ ਸਾਡੇ ਸਾਈਕੋ ਸੋਸ਼ਲ ਜਿਹੜੇ ਅੱਜ ਦੀ ਮਾਡਰਨ ਸਾਈਕੈਟਰੀ ਦੇ ਜਿਹੜੇ ਜਨਮਦਾਤਾ, SIGMUED ਫਰਾਇਡ, FREUD, ਉਹ ਕਹਿੰਦੇ ਆ ਵੀ ਪਹਿਲਾ ਫੇਸ ਹੈਗਾ ਓਰਲ ਫੇਸ, ਵੀ ਜਦੋਂ ਆਪਾਂ ਪੈਦਾ ਹੁੰਦੇ ਸਾਡਾ ਖਾਣਾ, ਸਾਡੀ ਖੁਸ਼ੀ, ਸਾਡੀ ਗਮੀ ਸਾਰਾ ਮੂੰਹ ਦੇ ਨਾਲ ਸੰਬੰਧ ਹੈਗਾ। ਫਿਰ ਹੈਗਾ ਸਾਡਾ ਏਨਲ ਫੇਸ, ਵੀ ਜਦੋਂ ਮੈਂ ਹੁਣ ਸਟੂਲ ਦਾ ਮੈਂ ਦੱਸਿਆ ਸੀ ਵੀ ਕੰਟਰੋਲ ਦਾ। ਫਿਰ ਹੈਗਾ ਫੈਲਿਕ, ਵੀ ਐਕਸਪਲੋਰ ਕਰਨਾ, ਵੀ ਸਾਡਾ ਪ੍ਰਾਈਵੇਟ ਔਰਗਨ ਵੀ ਹੈਗਾ। ਔਰ ਉਹਦੇ ਨਾਲ ਗੁੱਡੀਆਂ ਦਾ ਪਹਿਲੀ ਮੁਹੱਬਤ ਆਪਣੇ ਫਾਦਰਸ ਦੇ ਨਾਲ ਹੁੰਦੀ ਆ, ਅਤੇ ਮੁੰਡਿਆਂ ਦੀ ਪਹਿਲੀ ਮੁਹੱਬਤ ਆਪਣੀ ਮਾਵਾਂ ਦੇ ਨਾਲ ਹੁੰਦੀ ਆ। ਇਹ ਹੈਲਦੀ ਰਿਲੇਸ਼ਨਸ਼ਿਪ ਫਿਰ ਕੈਰੀ ਔਨ ਹੁੰਦੇ ਐਡਲਟ ਲਾਈਫ 'ਚ, ਫਿਰ ਆਪਣੇ ਪਾਰਟਨਰ ਇੱਦਾਂ ਉਹ ਚੂਜ਼ ਕਰਦੇ। ਸੋ ਇਹ ਸਟੇਜਿਸ ਜਿਹੜੇ ਹੈਗੇ ਸਾਨੂੰ ਆਪਣੇ ਕੁਦਰਤੀ ਤੌਰ 'ਤੇ ਇਵੋਲਵ ਕਰਨੇ
ਵਾਸਤੇ ਉਹਨਾਂ ਨੂੰ ਚਾਹੀਦੇ ਆ। ਹੁਣ ਸਪੀਚ ਦੇ ਉੱਤੇ ਅਸੀਂ ਵਿਸ਼ੇਸ਼ ਪ੍ਰੋਗਰਾਮ ਵੀ ਕਰਾਂਗੇ, ਲੇਕਿਨ ਇੱਕ ਛੋਟਾ ਜਿਹਾ ਤੁਹਾਨੂੰ ਮੈਂ ਨੁਕਤਾ ਦੱਸ ਦਿੰਦਾ ਵੀ ਬੱਚੇ ਜਿਹੜੇ ਹੈਗੇ ਆ ਕਰੀਬਨ 3-4 ਮਹੀਨੇ 'ਚ ਥੋੜ੍ਹਾ ਜਿਹਾ ਕਿਲਕਾਰੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ, 6-8 ਮਹੀਨੇ 'ਚ ਉਹ ਕੂਇੰਗ ਕਰਦੇ ਆ, ਤੁਸੀਂ ਕੁਛ ਕਹੋਗੇ ਹੰਗਾਰੇ ਭਰਦੇ ਆ, ਫਿਰ ਜਿਉਂ-ਜਿਉਂ ਵੱਡੇ ਉਦੋਂ ਬੋਲਣੇ ਵੀ ਸ਼ੁਰੂ ਕਰਦੇ ਆ, ਮਮਾ, ਬਾਬਾ, ਦਾਦਾ, ਸਿੰਪਲ ਵਰਡ। ਸੋ ਕਰੀਬਨ 18 ਮਹੀਨੇ 'ਤੇ 20 ਲਫ਼ਜ਼ ਹੋ ਜਾਂਦੇ ਆ, ਕਰੀਬਨ 2 ਸਾਲ 'ਚ ਕਰੀਬਨ 50 ਲਫ਼ਜ਼ ਹੋ ਜਾਂਦੇ ਆ, 3 ਸਾਲ 'ਚ 1000 ਕੁ ਲਫ਼ਜ਼ ਹੋ ਜਾਂਦੇ ਆ, ਫਿਰ ਸੈਂਟੈਂਸਿਸ ਵੀ ਬਣਾਉਣੇ ਸ਼ੁਰੂ ਕਰ ਦਿੰਦੇ ਆ। ਇਹ ਸਪੀਚ ਦਾ ਵਿਕਾਸ, ਸਾਡਾ ਮੋਟਰ ਡਿਵੈਲਪਮੈਂਟ ਜਿਹੜੀ ਮੈਂ ਗੱਲ ਕਰੀ ਸੀ, ਕਦੋਂ ਬੈਠਣਾ, ਕਦੋਂ ਰਿੜਨਾ, ਕਦੋਂ ਤੁਰਨਾ, ਕਦੋਂ ਦੌੜਨਾ, ਕਦੋਂ ਟਰਾਈਸਾਈਕਲ। ਦੇਖੋ ਟਰਾਈਸਾਈਕਲ ਦਾ ਅਰਥ ਹੈ TRI, ਸੋ 3 ਸਾਲ 'ਚ ਬੱਚਾ ਟਰਾਈਸਾਈਕਲ ਵੀ ਚਲਾ ਸਕਦਾ। ਜਿਹੜਾ ਟ੍ਰੇਨਿੰਗ ਵੀਲ ਵਾਲਾ ਬਾਈਸਾਈਕਲ ਅਗਾਂਹ ਚੱਲ ਕੇ ਫਿਰ ਵਿਦਆਊਟ ਟ੍ਰੇਨਿੰਗ ਵੀਲ ਵੀ ਚਲਾ ਸਕਦਾ। ਇੱਕ ਹੁੰਦਾ ਫਾਈਨ ਮੋਟਰ ਡਿਵੈਲਪਮੈਂਟ, ਵੀ ਜਿੱਦਾਂ ਕੋਈ ਚੀਜ਼ ਫੜਨੀ ਹੈ, ਜਿੱਦਾਂ ਚੀਰੀਓਸ ਦਾ ਜਿਹੜਾ ਸੀਰੀਅਲ ਉਹ ਫੜਨਾ, ਸਪੂਨ ਫੜਨਾ, ਇਹ ਵੀ ਹੌਲੀ ਹੌਲੀ ਵਿਕਾਸ 'ਚ ਆਉਂਦਾ। 7-8 ਮਹੀਨੇ ਤੋਂ ਹੌਲੀ ਹੌਲੀ ਬੱਚਾ, ਉਸ ਤੋਂ ਪਹਿਲਾਂ ਜਿਹੜੀ ਹੈਗੀ ਹੈ ਨਾ ਦੁੱਧ ਦੀ ਬੋਟਲ, ਅਗਰ ਬੋਟਲ ਫੀਡ ਕਰ ਰਿਹਾ, ਉਹ ਅੱਛੀ ਤਰ੍ਹਾਂ ਫੜਨਾ ਸ਼ੁਰੂ ਕਰ ਦਿੰਦਾ 2 ਹਫ਼ਤਿਆਂ ਦੇ ਨਾਲ, ਉਹਨੂੰ ਕਹਿੰਦੇ ਗ੍ਰਾਸਪ। ਫਿਰ ਹੁੰਦਾ ਪਿੰਸਰ ਗ੍ਰਾਫ, ਵੀ ਜਿਹੜਾ ਸਾਡਾ ਥੰਬ ਆ ਅਤੇ ਸਾਡਾ ਇੰਡੈਕਸ ਫਿੰਗਰ ਆ ਉਹਦੇ ਨਾਲ ਕੰਮ ਕਰਨਾ, ਫਿਰ ਸਪੂਨ ਦੇ ਨਾਲ ਲੈ ਕੇ ਆਪ ਖਾਣਾ। ਲਿਬੜਨ ਦਿਓ, ਲੇਕਿਨ ਉਹਨੂੰ ਕੋਸ਼ਿਸ਼ ਕਰੋ ਵੀ ਉਹ ਆਪ ਖਾਵੇ। ਖਾਣੇ ਦੇ ਵਿੱਚ ਹੁਣ ਅਕਸਰ ਪੈਰੈਂਟਸ ਕਹਿੰਦੇ ਕਦੋਂ ਸ਼ੁਰੂ ਕਰੀਏ। ਮੈਂ ਕਹਿੰਦਾ ਹੁੰਦਾ ਵੀ ਜਿਹੜਾ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਨੇ ਗਾਈਡਲਾਈਨਸ ਦਿੱਤੀ ਆ ਵੀ ਅਸੀਂ ਘੱਟ ਤੋਂ ਘੱਟ 6 ਮਹੀਨੇ ਤੱਕ ਦੁੱਧ ਦਈਏ, ਔਰ ਘੱਟ ਤੋਂ ਘੱਟ ਮਾਂ ਦਾ ਹੀ ਦੁੱਧ ਦਈਏ 6 ਮਹੀਨੇ। ਦੇਖੋ ਉਦੋਂ ਦੰਦੀਆਂ ਕਰੀਬਨ 5-6 ਮਹੀਨੇ 'ਚ ਹੋਣੀਆਂ ਸ਼ੁਰੂ ਹੁੰਦੀਆਂ, ਉਹਦੇ ਬਾਅਦ ਅਸੀਂ ਸੋਲਿਡ ਫੂਡ ਦਈਏ। ਹੁਣ ਇਹਦੇ ਉੱਤੇ ਬੜਾ ਵਾਦ ਵਿਵਾਦ ਖੜ੍ਹਾ ਹੋ ਜਾਂਦਾ। ਜਦੋਂ ਮੈਂ ਟ੍ਰੇਨਿੰਗ ਕਰਦਾ ਸੀ ਅੱਜ ਤੋਂ 30 ਸਾਲ ਪਹਿਲਾਂ, ਉਦੋਂ ਇੱਕ ਸਟੈਂਡਰਡ ਪ੍ਰੋਟੋਕੋਲ ਸੀ ਵੀ ਪਹਿਲਾਂ ਆਪਾਂ ਸੀਰੀਅਲ ਦੇਣਾ, ਚੌਲਾਂ ਦਾ ਬਣਿਆ ਹੋਇਆ, ਉਹਨੂੰ ਕਹਿੰਦੇ ਪੈਬਲਮ, PABLUM। ਉਹਦੇ ਬਾਅਦ ਅਸੀਂ ਸਬਜ਼ੀਆਂ ਦੇਣੀਆਂ, ਉਹਦੇ ਬਾਅਦ ਆਪਾਂ ਫਰੂਟ ਦੇਣਾ, ਉਹਦੇ ਬਾਅਦ ਅਸੀਂ ਹੋਰ ਚੀਜ਼ਾਂ ਐਡ ਕਰਾਂਗੇ, ਖਾਸ ਕਰਕੇ ਜਿਵੇਂ ਮੀਟ, ਮੱਛੀ, ਅੰਡਾ ਜਾਂ ਜੋ ਵੀ ਨੋਨ ਵੇਜ ਹੈ ਨਾ। ਲੇਕਿਨ ਹੁਣ ਸਾਇੰਸ ਕਹਿੰਦੀ ਵੀ ਇਹੋ ਜਿਹੀ ਕੋਈ ਧਾਰਨਾ ਨਹੀਂ ਆ, ਜੋ ਵੀ ਘਰ ਤੁਹਾਡੇ ਰਿੱਝਦਾ ਪੱਕਦਾ ਤੁਸੀਂ ਦੇ ਸਕਦੇ, ਬਟ ਉਹਨੂੰ ਮੈਸ਼ ਕਰਕੇ ਦਿਓ, ਹੈ ਨਾ। ਆਪਾਂ ਬੱਚੇ ਨੂੰ ਸੋਲੋ ਕਰਨ ਦੇ ਵਿੱਚ ਉਹਨੂੰ ਪਹਿਲਾਂ ਉਹਨੂੰ ਸਿਖਾਈਏ, ਫਿਰ ਹੌਲੀ ਹੌਲੀ ਬੱਚੇ ਨੂੰ ਜੋ ਵੀ ਤੁਹਾਡੇ ਘਰ ਬਣਦਾ ਉਹ ਤੁਸੀਂ ਦੇ ਸਕਦੇ ਹੋ। ਤੁਹਾਡਾ ਆਪਣਾ ਪੰਜਾਬੀ ਖਾਣਾ ਵੀ ਬੱਚਾ ਖਾ ਸਕਦਾ। ਮੇਰੇ ਮਾਂ ਬਾਪ ਨੇ ਕੋਈ ਪੈਬਲਮ ਨਹੀਂ ਯੂਜ਼ ਕੀਤਾ ਸੀ, ਉਹਨਾਂ ਨੇ ਘਰ ਦਾ ਹੀ ਖਾਣਾ ਇਸਤੇਮਾਲ ਕੀਤਾ ਸੀ। ਸੋ ਇਸ ਲਈ ਸਾਨੂੰ ਬਾਹਰੋਂ ਆਪਾਂ ਦੇਖੋ ਇਹ ਕਿਉਂ ਚੀਜ਼ਾਂ ਬਣੀਆਂ ਸੀ, ਕਿਉਂਕਿ ਮਾਂ ਬਾਪ ਦੋਵੇਂ ਕੰਮ 'ਤੇ ਜਾਂਦੇ ਸੀ। ਹੁਣ ਮਾਵਾਂ ਨੂੰ 18 ਮਹੀਨੇ ਦੀ ਬੈਨੀਫਿਟ ਮਿਲਦੀ ਆ, ਸੋ ਘਰੇ ਰਹਿੰਦੀਆਂ ਬਹੁਤੇ ਕਰਕੇ। ਸੋ ਅਗਰ ਉਹਨਾਂ ਕੋਲ ਟਾਈਮ ਹੈਗਾ ਤਾਂ ਘਰ ਦੇ ਵਿੱਚ ਵੀ ਫੂਡ ਪ੍ਰੀਪੇਅਰ ਕਰ ਸਕਦੀ, ਅਗਰ ਨਹੀਂ ਆ ਤਾਂ ਬਾਹਰੋਂ ਫਿਰ ਉਹ ਡੱਬੀਆਂ 'ਚ ਜਿਹੜਾ ਹੈਗਾ ਉਹ ਤੁਸੀਂ ਦੇ ਸਕਦੇ ਹੋ, ਤੁਹਾਡੀ ਮਰਜ਼ੀ ਹੈਗੀ ਆ। ਲੇਕਿਨ 6 ਮਹੀਨੇ ਤੋਂ ਪਹਿਲਾਂ ਕੋਈ ਬੈਨੀਫਿਟ ਨਹੀਂ ਜੋ ਐਕਚੁਅਲੀ ਅਗਰ 6 ਮਹੀਨੇ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਤਾਂ ਸਟੱਡੀ ਇਹ ਸ਼ੋਅ ਕਰਦੀ ਵੀ ਲੌਂਗ ਟਰਮ 'ਚ ਉਹ ਬੱਚੇ ਨੂੰ ਡਾਇਬਟੀਸ ਹੋਣ ਦੇ ਚਾਂਸਿਸ ਵੱਧ ਜਾਂਦੇ ਜਦੋਂ ਬੱਚਾ ਵੱਧਦਾ। ਔਰ ਦੇਖੋ ਜਦੋਂ ਦੰਦ ਆਉਂਦੇ ਆ ਉਦੋਂ ਹੀ ਸ਼ੁਰੂ ਕਰਨਾ ਚਾਹੀਦਾ। ਦੂਜੀ ਪ੍ਰੋਬਲਮ ਜਿਹੜੀ ਮੈਂ ਦੇਖਦਾ ਅਕਸਰ ਵੀ 2 ਸਾਲ ਦਾ ਬੱਚਾ ਉਹ 4-4 6-6 ਬੋਤਲਾਂ ਹੁਣ ਦੁੱਧ ਦੀਆਂ ਪੀ ਜਾ ਰਿਹਾ। ਹੁਣ ਦੰਦ ਰੱਬ ਨੇ ਦਿੱਤੇ, ਦੰਦ ਦਾ ਕੰਮ ਹੈਗਾ ਚਿੱਥਣਾ ਔਰ ਖਾਣਾ, ਅਤੇ ਉਦੋਂ ਬੋਤਲਾਂ ਬੰਦ ਕਰੋ। ਜਿਹੜਾ 2 ਸਾਲ ਦਾ ਬੱਚਾ ਉਹਨੂੰ 400-500 ml ਤੋਂ ਜ਼ਿਆਦਾ ਦੁੱਧ ਦੀ ਲੋੜ ਨਹੀਂ ਆ ਪੂਰੇ ਉਹਦੀ ਹੱਡੀਆਂ ਦੇ ਗਰੋਥ ਵਾਸਤੇ। ਉਹਨੂੰ ਰੰਗਦਾਰ ਚੀਜ਼ਾਂ ਦੀ ਲੋੜ ਹੈ, ਜਿਹੜੇ ਖੇਤਾਂ ਦੇ ਵਿੱਚ ਸਮਾਨ ਉਗ ਰਿਹਾ, ਮੇਰੀ ਮੁਰਾਦ ਸਬਜ਼ੀਆਂ, ਫਰੂਟ, ਦਾਲਾਂ, ਕਾਲੇ ਚਨੇ, ਰਾਜਮਾ, ਹੋਲ ਗ੍ਰੇਨਸ ਐਕਸੈਟਰਾ। ਔਰ ਜੂਸ, ਕੋਕ ਵਗੈਰਾ ਘਰ ਨਾ ਰੱਖੋ। ਕੋਈ ਪ੍ਰਾਹੁਣੇ ਵੀ ਆ ਜਾਂਦੇ ਆ, ਉਹਨਾਂ ਕੋਲ ਵੀ ਪਾਣੀ ਪੀ ਲਓ ਜਾਂ ਚਾਹ ਪੀ ਲਓ, ਉਹ ਕਹਿਣਗੇ ਵੀ ਜੂਸ ਚਾਹੀਦਾ ਸੀ, ਮੇਰਾ ਨਾਂ ਲੈ ਲਿਓ ਵੀ ਡਾਕਟਰ ਭੁਰ ਜੀ ਨੇ ਮਨਾ ਕੀਤਾ ਸੀ। ਕੋਈ ਬੈਨੀਫਿਟ ਨਹੀਂ ਜੋ ਪਾਣੀ ਅਤੇ ਸ਼ੂਗਰ ਆ ਜੂਸ। ਫਿਰ ਤੁਸੀਂ ਕਹੋਗੇ ਵੀ ਨਹੀਂ ਸਾਡੇ ਕੋਲ ਘਰ ਜੂਸਰ ਮਸ਼ੀਨ ਵੀ ਹੈਗੀ, ਅਸੀਂ ਆਪ ਬਣਾਉਣਾ। ਬੋਡੀ ਨੂੰ ਬਣਾਉਣ ਦਿਓ, ਬੋਡੀ ਵੀ ਤਾਂ ਬਣਾ ਸਕਦੀ ਆ। ਐਪਲ ਦਾ ਔਰੇਂਜ ਦਾ ਜੂਸ ਇਨਸਾਈਡ ਔਰ ਬਣਾਉਂਦੀ ਆਈ ਆ ਤੁਹਾਡੇ ਮਸ਼ੀਨਾਂ ਤੋਂ ਪਹਿਲਾਂ, ਬਿਜਲੀ ਤੋਂ ਪਹਿਲਾਂ। ਸੋ ਉਹਦਾ ਜਿਹੜਾ ਫਾਈਬਰ ਆ ਉਹ ਜ਼ਿਆਦਾ ਇੰਪੋਰਟੈਂਟ ਹੈ। ਜਦੋਂ ਸਮਝੋ ਤੁਸੀਂ ਹੁਣ ਮਸੰਬੀ ਦਾ ਜੂਸ ਵੀ ਬਣਾ ਲਿੱਤਾ, ਜਿਹੜਾ ਤੁਸੀਂ ਸੁੱਟ ਰਹੇ ਹੋ ਫਾਈਬਰ ਐਕਚੁਅਲੀ ਬੋਡੀ ਨੂੰ ਉਹਦੀ ਜ਼ਿਆਦਾ ਲੋੜ ਆ। ਸੋ ਇਸ ਲਈ ਉਹ ਵੀ ਧਾਰਨਾ ਆਪਾਂ ਬੰਦ ਕਰੀਏ। ਸੋਡਾ ਬਿਲਕੁਲ ਮੇਰੇ ਖਿਆਲ ਨਾਲ ਨਹੀਂ। ਕੋਈ ਦਿਨ 'ਤੇ ਆ ਰਿਹਾ, ਕੋਈ ਬਰਥਡੇ ਆ, ਕੋਈ ਸਮਾਗਮ ਆ, ਤਾਂ ਉਹ ਉਦੋਂ ਤੁਹਾਡੀ ਮਰਜ਼ੀ ਆ, ਇੰਜੋਏ ਕਰੋ। ਗਰੋਥ ਔਰ ਡਿਵੈਲਪਮੈਂਟ ਬੜਾ ਇੰਪੋਰਟੈਂਟ ਆ। ਇਹਦੀ ਤੁਹਾਨੂੰ ਸੰਖੇਪ ਜਾਣਕਾਰੀ ਦਿੱਤੀ, ਬੜਾ ਵਿਸ਼ਾਲ ਟੌਪਿਕ ਹੈਗਾ। ਅਸੀਂ ਗਾਂਹ ਵੀ ਇਹਨੂੰ ਲੈ ਕੇ ਚੱਲਾਂਗੇ ਵੀ 2 ਸਾਲ ਤੋਂ 5 ਸਾਲ ਦੇ ਵਿੱਚ ਜਿਹੜਾ ਹੈਗਾ ਬੱਚੇ ਦਾ ਕਿੱਦਾਂ ਵਿਕਾਸ ਹੁੰਦਾ। ਤੁਹਾਨੂੰ ਕਦੇ ਵੀ ਇੱਦਾਂ ਲੱਗਦਾ ਵੀ ਤੁਹਾਡੇ ਬੱਚੇ ਦੀ ਗਰੋਥ ਔਰ ਡਿਵੈਲਪਮੈਂਟ ਉਹਦੇ ਵਿੱਚ ਸਲੋਨੈਸ ਹੈਗੀ ਹੈ, ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰ ਸਕਦੇ। ਅੱਜ ਕੱਲ੍ਹ ਸਟੈਂਡਰਡਾਈਜ਼ ਚਾਰਟਸ ਬਣੇ ਹੋਏ ਆ। ਡੈਨਵਰ ਡਿਵੈਲਪਮੈਂਟਲ ਸਕੇਲ ਜਿਹੜਾ ਹੈਗਾ ਬੜਾ ਡੀਟੇਲ ਹੁੰਦਾ, ਉਹ ਵੀ ਔਨਲਾਈਨ ਜਿਹੜਾ ਹੈਗਾ ਫੈਮਿਲੀ ਡਾਕਟਰਸ ਕੋਲ ਵੀ ਹੈਗਾ, ਸਾਡੇ ਕੋਲ ਵੀ ਹੈਗਾ। ਸਾਡੇ ਕੋਲ ਹੋਰ ਮੈਜਰਸ ਹੈਗੇ ਜਿੱਦਾਂ ਅਸੀਂ ਚੈੱਕ ਕਰ ਸਕਦੇ। ਲੇਕਿਨ ਬੈਸਟ
ਤਰੀਕਾ ਇਹ ਹੁੰਦਾ ਵੀ ਉਹਨੂੰ ਮੋਨੀਟਰ ਕੀਤਾ ਜਾਏ, ਵੀ ਆਪਾਂ 3 ਮਹੀਨੇ ਬਾਅਦ ਦੇਖੀਏ ਬੱਚਾ ਕੀ ਕਰਦਾ, 6 ਮਹੀਨੇ ਬਾਅਦ ਦੇਖੀਏ ਬੱਚਾ ਕੀ ਕਰਦਾ। ਅਗਰ ਉਹ ਪ੍ਰੋਗਰੈਸ ਕਰ ਰਿਹਾ ਭਾਵੇਂ ਮਹੀਨਾ ਪਿੱਛੇ ਵੀ ਹੈਗਾ, ਤਾਂ ਵਰੀ ਕਰਨ ਦੀ ਲੋੜ ਨਹੀਂ ਆ। ਬੱਚੇ ਆਪਣੇ ਅਲੱਗ-ਅਲੱਗ ਸਪੀਡ ਦੇ ਨਾਲ ਗਰੋ ਹੋਰ ਡਿਵੈਲਪ ਹੁੰਦੇ ਆ। ਬੱਚਾ ਇੱਕ ਬਹੁਤ ਹੀ ਅਨਮੋਲ ਦਾਤ ਆ, ਲੇਕਿਨ ਉਹਦੀ ਜਾਣਕਾਰੀ ਮਾਂ ਬਾਪ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੀ ਬੋਲੀ, ਤੁਹਾਡੀ ਭਾਸ਼ਾ ਵਿੱਚ ਦੇਣ ਦੀ, ਔਰ ਫਿਰ ਅਸੀਂ ਤੁਹਾਡੇ ਲਈ ਅੱਛੇ ਪ੍ਰੋਗਰਾਮ ਲੈ ਕੇ ਆਵਾਂਗੇ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਫਿਰ ਮਿਲਾਂਗੇ। ਬਹੁਤ ਬਹੁਤ ਧੰਨਵਾਦ ਪਲੱਸ TV ਦਾ। ਹੈਲੋ ਡਾਕਟਰ, ਥੈਂਕ ਯੂ।